ਡੀਡੀ ਪੰਜਾਬੀ ਦੇ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ 'ਚ ਤੁਹਾਡਾ ਸਵਾਗਤ। ਮੈਂ ਹਰੀਮਾ ਤੇ ਅੱਜ ਦੀਆਂ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਪੱਤਰਕਾਰ ਮੇਜਰ ਸਿੰਘ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਮੇਜਰ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ। ਮਿਹਰਬਾਨੀ ਜੀ। ਤੇ ਅੱਜ ਦੀਆਂ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਨ ਦੇ ਲਈ ਅਸੀਂ ਅੱਜ ਸਭ ਤੋਂ ਪਹਿਲਾਂ ਜਿਸ ਖਬਰ ਦੇ ਵੱਲ ਜਾ ਰਹੇ ਹਾਂ ਉਹ ਖਬਰ ਹੈ ਜੀ ਕਰੋਨਾ ਦੇ ਨਾਲ ਸੰਬੰਧਿਤ। ਕਾਫੀ ਦਿਨਾਂ ਤੋਂ ਕਰੋਨਾ ਦੀ ਹੀ ਗੱਲ ਹੋ ਰਹੀ ਹੈ ਔਰ ਕਰੋਨਾ ਦੇ ਭਾਰਤ ਦੇ ਵਿੱਚ 2.5 ਲੱਖ ਤੋਂ ਪਾਰ ਹੋ ਚੁੱਕੇ ਨੇ ਮਾਮਲੇ, ਔਰ ਜਿਹਦੇ ਵਿਚਕਾਰ ਅਸੀਂ ਗੱਲ ਕਰੀਏ ਤੇ ਪੂਰੇ ਵਿਸ਼ਵ ਦੇ ਵਿੱਚ ਵੀ 72 ਲੱਖ ਤੋਂ ਪਾਰ ਹੋ ਚੁੱਕੇ ਨੇ ਔਰ ਪੰਜਾਬ ਦੇ ਵਿੱਚ ਵੀ ਰੋਜ਼ ਨਵੇਂ ਕੇਸ ਸਾਹਮਣੇ ਆ ਰਹੇ ਨੇ। ਰੋਜ਼ਾਨਾ ਅੰਕੜਾ 10,000 ਦੇ ਕਰੀਬ ਹੋ ਚੁੱਕਾ ਹੈ। ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਦੇਖੋ ਮੈਂ ਜੀ, ਇਸ ਤਰ੍ਹਾਂ ਹੈਗਾ ਕਿ ਕਰੋਨਾ ਵਾਇਰਸ ਜਦੋਂ ਅੱਜ ਤੋਂ 3 ਮਹੀਨੇ ਪਹਿਲਾਂ ਦੇ ਲਗਭਗ ਪੰਜਾਬ 'ਚ ਵੀ, ਹਿੰਦੁਸਤਾਨ 'ਚ ਵੀ ਤੇ ਦੁਨੀਆ 'ਚ ਵੀ ਫੈਲਿਆ ਸੀਗਾ ਤਾਂ ਉਦੋਂ ਇਹ ਸਮਝਿਆ ਜਾਂਦਾ ਸੀ ਕਿ ਸ਼ਾਇਦ 1-2 ਮਹੀਨੇ ਵਿੱਚ ਖਾਸ ਤੌਰ ਤੇ ਜਿਵੇਂ ਲਾਕਡਾਊਨ ਕੀਤਾ ਜਾਊਗਾ ਤਾਂ ਉਹਦੇ ਨਾਲ ਇਹਨੂੰ ਕਾਫੀ ਹੱਦ ਤੱਕ ਕੰਟਰੋਲ ਕਰ ਲਿਆ ਜਾਊਗਾ, ਜਾਂ ਉਦੋਂ ਤੱਕ ਕੋਈ ਨਾ ਕੋਈ ਵੈਕਸੀਨ ਲੱਭ ਜਾਊਗੀ ਤੇ ਉਹਦੇ ਨਾਲ ਇਹਦਾ ਇਲਾਜ ਸੌਖਾ ਹੋ ਜਾਊਗਾ। ਪਰ ਅਸੀਂ ਦੇਖਦੇ ਹਾਂ ਕਿ ਹੁਣ ਜਦੋਂ 3 ਮਹੀਨੇ ਲੰਘੇ ਨਾ ਤਾਂ ਇਸ ਕਰੋਨਾ ਵਾਇਰਸ ਦੀ ਮਾਰ ਜਿਹੜੀ ਹੋਰ ਵੀ ਤੇਜ਼ ਹੁੰਦੀ ਜਾ ਰਹੀ ਹੈ। ਇਹ ਪੂਰੇ ਸੰਸਾਰ ਲਈ, ਹਿੰਦੁਸਤਾਨ ਲਈ ਵੀ, ਪੰਜਾਬ ਲਈ, ਸਾਰੇ ਲੋਕਾਂ ਲਈ ਬੜਾ ਵੱਡੀ ਚਿੰਤਾ ਦਾ ਮਸਲਾ ਹੈਗਾ ਕਿਉਂਕਿ ਅਸੀਂ ਕੋਸ਼ਿਸ਼ ਕੀਤੀ ਸੀ ਕਿ ਲਾਕਡਾਊਨ ਕਰਕੇ ਪੂਰੇ ਇਸ ਜਿਹੜੇ ਇਹਦੀ ਕੜੀ ਹੈ, ਕਿਉਂਕਿ ਇਹਦੇ ਬੇਸਿਕ ਫੰਡਾ ਕੀ ਸੀਗਾ ਕਿ ਇਹ ਲੱਗਦੀ ਬਿਮਾਰੀ ਹੈ, ਇੱਕ ਦੂਜੇ ਤੋਂ ਫੈਲਦੀ ਹੈ ਤੇ ਇਹ ਹਰ ਕਿ ਸੰਸਾਰ ਭਰ ਵਿੱਚ WHO ਵੱਲੋਂ ਵੀ ਤੇ ਵੱਖ-ਵੱਖ ਦੇਸ਼ਾਂ ਦੀਆਂ ਜਿਹੜੀਆਂ ਮੈਡੀਕਲ ਸਿਹਤ ਸੇਵਾਵਾਂ ਦੀ ਐਡਵਾਈਜ਼ਰੀ ਵੀ ਇਹੀ ਸੀ ਕਿ ਵੱਧ ਤੋਂ ਵੱਧ ਸਮਾਜਿਕ ਦੂਰੀ ਰੱਖੀ ਜਾਵੇ ਔਰ ਲਾਕਡਾਊਨ ਉਹਦੇ ਲਈ ਸਭ ਤੋਂ ਬਿਹਤਰ ਤਰੀਕਾ ਮੰਨਿਆ ਗਿਆ ਸੀ ਕਿ ਲੋਕੀ ਘੱਟੋ ਘੱਟ 15 ਦਿਨ ਲਈ, 14 ਦਿਨ ਲਈ ਘਰਾਂ 'ਚ ਰਹਿਣ, ਇੱਕ ਦੂਜੇ ਦੇ ਸੰਪਰਕ ਟੁੱਟਣ। ਇਸ ਨਾਲ ਕੀ ਹੋਊ, ਜਦੋਂ ਸੰਪਰਕ ਟੁੱਟੂਗਾ ਤਾਂ ਲਾਗ ਦੀ ਕੜੀ ਟੁੱਟ ਜਾਊਗੀ, ਕਰੋਨਾ ਵਾਇਰਸ ਦੀ ਕੜੀ ਟੁੱਟ ਜਾਊਗੀ ਤੇ ਇਹ ਅੱਗੇ ਫੈਲਣ ਤੋਂ ਰੁਕੂਗਾ। ਪਰ ਕਰੋਨਾ ਜਿਹੜਾ ਇਹਦਾ ਮਾਰ ਜਿਹੜੀ ਉਹ ਐਡੀ ਜ਼ਿਆਦਾ ਹੈ ਕਿ ਅਸੀਂ ਹਿੰਦੁਸਤਾਨ ਦੇ ਵਿੱਚ 56 ਦਿਨ ਲਾਕਡਾਊਨ ਰਿਹਾ ਇੱਥੇ। ਦੁਨੀਆ ਦੇ ਹੋਰ ਦੇਸ਼ਾਂ 'ਚ ਵੀ, ਅਮਰੀਕਾ 'ਚ ਵੀ, ਬਰਤਾਨੀਆ 'ਚ, ਇਟਲੀ 'ਚ ਜਾਂ ਹੋਰ ਥਾਵਾਂ 'ਤੇ ਉੱਥੇ ਵੀ ਲਾਕਡਾਊਨ ਬੜੀ ਕਾਫੀ ਹੱਦ ਤੱਕ ਪ੍ਰਭਾਵਿਤ ਰਹੇ। ਉਹਨਾਂ ਨੇ ਵੱਖ-ਵੱਖ ਤਰੀਕਿਆਂ ਨਾਲ ਲਾਗੂ ਕੀਤੇ ਪਰ ਇਹਦੇ ਬਾਵਜੂਦ ਵੀ ਅਸੀਂ ਦੇਖਦੇ ਜਦੋਂ ਹਿੰਦੁਸਤਾਨ 'ਚ ਵੀ ਤੇ ਪੰਜਾਬ 'ਚ ਵੀ ਖਾਸ ਤੌਰ 'ਤੇ ਕਿ 56 ਦਿਨ ਦੇ ਲਾਕਡਾਊਨ ਤੋਂ ਬਾਅਦ ਹੁਣ ਲਗਾਤਾਰ ਜਦੋਂ ਅਸੀਂ ਅਨਲੌਕ ਕਰ ਰਹੇ ਹਾਂ, ਜਿਵੇਂ ਹੁਣ 5ਵੇਂ ਗੇੜ 'ਚ ਅਸੀਂ ਹੁਣ ਇਹਨੂੰ ਲਾਕਡਾਊਨ ਨਹੀਂ ਕਹਿ ਰਹੇ, ਅਸੀਂ ਅਨਲੌਕ 1, 2, 3 ਦਾ ਨਾਂ ਦਿੱਤਾ ਹੈਗਾ। ਉਹ 'ਚ ਜਦੋਂ ਅਸੀਂ ਆਪਣੀ ਜਨਤਕ ਸਰਗਰਮੀ, ਉਤਪਾਦਕ ਸਰਗਰਮੀ, ਵਪਾਰਕ ਸਰਗਰਮੀ ਸ਼ੁਰੂ ਕੀਤੀ ਹੈ ਤਾਂ ਉਹਦੇ ਵਿੱਚ ਕੀ ਹੋਇਆ, ਨਾਲ ਦੀ ਨਾਲ ਜਿਹੜਾ ਇਸ ਬਿਮਾਰੀ ਦਾ ਜਿਹੜਾ ਪ੍ਰਕੋਪ ਹੈ, ਜਿਹਦੀ ਮਾਰ ਹੈ, ਉਹ ਹੋਰ ਵਧੇਰੇ ਵੱਧਦੀ ਜਾ ਰਹੀ ਹੈ। ਹੁਣ ਇਸ ਮਾਮਲੇ 'ਚ ਕੀ ਹੈ, ਇਹ ਅੱਜ ਜਿਹੜੀ WHO ਹੈ ਉਹਦੀਆਂ ਇਹ ਨਵੀਆਂ ਗਾਈਡਲਾਈਨ ਜਾਂ ਕਹਦੀਏ ਕਿ ਨਵੀਆਂ ਹਦਾਇਤਾਂ ਇਹ ਜਾਰੀ ਹੋਈਆਂ ਕਿ ਸਾਨੂੰ ਅਜੇ ਹੋਰ ਲੰਬਾ ਸਮਾਂ ਸਮਾਜਿਕ ਦੂਰੀ ਦਾ ਪਾਲਣ ਕਰਨਾ ਪੈਣਾ ਔਰ ਇੱਕ ਦੂਜੇ ਨਾਲ ਜਿਹੜਾ ਹੈਗਾ ਉਹ ਸਹਿਯੋਗ ਦੇ ਕੇ ਇਹ ਸਾਰੀਆਂ ਪਾਲਨਾਵਾਂ ਕਰਦੇ ਹੋਏ ਇਹ ਤੋਂ ਦੂਰ ਰਹਿਣ ਦਾ ਯਤਨ ਹੋਊਗਾ। ਸਾਡੇ ਹਿੰਦੁਸਤਾਨ ਦੀ ਸਰਕਾਰ ਨੇ ਵੀ ਕੋਸ਼ਿਸ਼ ਕੀਤੀ ਹੈ ਕਿ ਵੱਧ ਤੋਂ ਵੱਧ ਸੈਂਪਲਿੰਗ ਕੀਤੀ ਜਾਵੇ ਕਿਉਂਕਿ ਇਹਦਾ 2 ਹੁਣ ਨਵੇਂ ਮੈਥਡ ਅਡਾਪਟ ਹੋ ਰਿਹਾ ਹੈ। ਇੱਕ ਤਾਂ ਇਹ ਵੱਧ ਤੋਂ ਵੱਧ ਸਰਵੇਖਣ ਹੋਵੇ ਕਿ ਜਿਹੜੇ ਲੋਕ ਪੋਜ਼ੀਟਿਵ ਹੁੰਦੇ ਆ ਉਹ ਕਿਹਨਾਂ ਨਾਲ ਸੰਪਰਕ 'ਚ ਆਇਆ, ਉਹਦਾ ਸਰਵੇਖਣ ਹੋਵੇ ਵੱਡੀ ਪੱਧਰ 'ਤੇ। ਦੂਸਰਾ ਕਿ ਵੱਧ ਤੋਂ ਵੱਧ ਟੈਸਟਿੰਗ ਹੋਵੇ ਕਿਉਂਕਿ ਬਾਹਰਲੇ ਮੁਲਕਾਂ 'ਚ ਜਿਵੇਂ ਇਟਲੀ 'ਚ, ਬਰਤਾਨੀਆ 'ਚ, ਅਮਰੀਕਾ 'ਚ ਉੱਥੇ ਟੈਸਟਿੰਗ ਬਹੁਤ ਵੱਡੀ ਗਿਣਤੀ 'ਚ ਹੋਏਗੀ। ਤਾਂ ਜਰਮਨ ਨੇ ਖਾਸ ਤੌਰ 'ਤੇ ਐਕਸਪੀਰੀਅੰਸ ਕੀਤਾ ਸੀ ਕਿ ਵੱਧ ਤੋਂ ਵੱਧ ਟੈਸਟਿੰਗ ਕਰੋ ਤਾਂ ਕਿ ਇਹਦਾ ਪਤਾ ਲੱਗ ਸਕੇ ਤੇ ਫਿਰ ਆਈਸੋਲੇਸ਼ਨ ਕਰਕੇ ਇਹਨੂੰ ਹਟਾਇਆ ਜਾ ਸਕੇ। ਹਿੰਦੁਸਤਾਨ 'ਚ ਵੀ ਭਾਵੇਂ ਅਸੀਂ ਕਾਫੀ ਵੱਡੀ ਗਿਣਤੀ 'ਚ ਅਜੇ ਟੈਸਟਿੰਗ ਹੋਈ ਹੈ ਪਰ ਉਸ ਪੈਟਰਨ 'ਤੇ ਨਹੀਂ ਜਿਵੇਂ ਬਾਕੀ ਮੁਲਕਾਂ 'ਚ ਹੋਈ ਹੈ, ਜਿਹਦੇ ਕਰਕੇ ਨਾ ਸਾਨੂੰ ਇੱਕ ਤਾਂ ਹੁਣ ਇਸ ਸਾਰਾ ਜੋ ਪ੍ਰਕੋਪ ਚੱਲ ਰਿਹਾ ਹੈਗਾ ਕਿਉਂਕਿ ਇਸ ਵੇਲੇ ਹਿੰਦੁਸਤਾਨ ਦੇ ਵਿੱਚ ਦਿੱਲੀ, ਮੁੰਬਈ, ਆਪਣਾ ਬੰਗਲੌਰ, ਇੰਦੌਰ, ਇਹ 4 ਜਿਹੜੇ ਸਟੇਟ ਜਿਹੜੇ ਸ਼ਹਿਰ ਹੈ ਵੱਡੇ ਉਹਨਾਂ ਦੇ ਵਿੱਚ ਬੜੀ ਵੱਡੀ ਗਿਣਤੀ 'ਚ ਫੈਲ ਹੈਗਾ। ਖਾਸ ਤੌਰ 'ਤੇ ਜੇ ਅਸੀਂ ਗੱਲ ਕਰੀਏ ਮਹਾਰਾਸ਼ਟਰ ਦੀ ਤਾਂ ਮਹਾਰਾਸ਼ਟਰ ਦਾ ਪ੍ਰਕੋਪ ਹੈ ਜਿਹੜਾ ਉਹ ਇਸ ਵੇਲੇ ਇਟਲੀ ਨੂੰ ਪਾਰ ਕਰ ਚੁੱਕਾ ਹੈਗਾ ਔਰ ਦਿੱਲੀ ਵੀ ਬਹੁਤ ਅੱਗੇ ਵਧੀ ਹੋਈ ਹੈ, ਉੱਥੇ ਵੀ ਮੌਤਾਂ ਦੀ ਗਿਣਤੀ 'ਚ ਵੀ ਔਰ ਲਗਾਤਾਰ ਜਿਹੜੇ ਲੋਕ ਆ ਰਹੇ ਇਸ ਬਿਮਾਰੀ ਤੋਂ ਪੀੜਤ ਹੋਏ ਉਹ ਗਿਣਤੀ ਵੱਧ ਰਹੀ ਹੈ, ਜਿਹਦੇ ਕਰਕੇ ਜਿਹੜਾ ਇਹ ਪੰਜਾਬ 'ਚ ਤੁਸੀਂ ਦੇਖੀਏ ਕਿਉਂਕਿ ਪਹਿਲੇ ਸਾਰੇ ਪੀੜ 'ਚ ਅਸੀਂ ਦੇਖਿਆ ਸੀ ਕਿ ਪੰਜਾਬ ਵਿੱਚ ਲਗਾਤਾਰ ਬਹੁਤ ਘੱਟ ਸੀਗੇ ਕਿ ਸਿਰਫ ਪਹਿਲਾ ਵੀਕ ਜਿਹੜਾ ਜਾਂ ਲਾਸਟ ਵਾਲੇ ਦਿਨਾਂ 'ਚ ਅਪ੍ਰੈਲ ਦੇ ਤੇ ਮਈ ਦੇ ਪਹਿਲੇ ਦਿਨ ਉਦੋਂ ਹਜੂਰ ਸਾਹਿਬ ਤੋਂ ਆਏ ਸੀ ਕੁਛ ਲੋਕ, ਇਸ ਲਈ ਕੁਛ ਹੋਰ ਸੂਬਿਆਂ ਤੋਂ
ਪ੍ਰਵਾਸੀ ਜਿਹੜੇ ਪੰਜਾਬੀ ਮਜ਼ਦੂਰ ਹੈ ਉਹ ਵਾਪਸ ਆਏ ਸੀ, ਉਹਨਾਂ ਕਰਕੇ ਇੱਕਦਮ 1200-1300 ਦੀ ਗਿਣਤੀ ਵੱਧ ਹੋਈ ਸੀ ਜੀ। ਪਰ 2 ਕੁ ਹਫ਼ਤੇ ਦੇ ਵਿੱਚ ਉਹ ਸਾਰੀ ਗਿਣਤੀ ਵਾਪਸ ਆ ਗਈ ਕਿਉਂਕਿ ਉਹ ਸਾਰੇ ਤੰਦਰੁਸਤ ਹੋ ਕੇ ਘਰਾਂ ਨੂੰ ਚਲੇ ਗਏ ਸੀ। ਪਰ ਹੁਣ ਕੀ ਹੈ, ਹੁਣ ਨਵਾਂ ਇੱਕ ਟ੍ਰੈਂਡ ਸ਼ੁਰੂ ਹੈ ਕਿ ਹਰ ਰੋਜ਼ ਜਿੱਥੇ ਪਹਿਲਾਂ ਸੀ 10 ਦੀ ਗਿਣਤੀ ਸੀ ਮਸਾਂ, ਕਦੀ 7-8 ਕਦੀ 10, ਹੁਣ ਲਗਾਤਾਰ ਹੀ 50 ਤੋਂ ਉੱਪਰ ਚੱਲ ਰਿਹਾ ਪੰਜਾਬ ਦਾ ਟੈਲੀਵਿਜ਼ਨ। ਇਹ ਆਪਣੇ ਆਪ 'ਚ ਹੀ ਇੱਕ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਔਰ ਸਾਡੀਆਂ ਜਿਹੜੇ ਮੈਡੀਕਲ ਸਿਹਤ ਸੇਵਾਵਾਂ ਵਾਲੇ ਲੋਕ ਹੈ, ਸਰਕਾਰਾਂ ਇਸ ਬਿਮਾਰੀ ਦਾ ਇਲਾਜ ਵਾਸਤੇ ਜਾਂ ਰੋਕਥਾਮ ਵਾਸਤੇ ਲੱਗੀਆਂ ਸੰਸਥਾਵਾਂ ਹਨ, ਉਹਨਾਂ ਲਈ ਵੀ ਇਹ ਬੜਾ ਵੱਡਾ ਇੱਕ ਚੈਲੰਜ ਵੀ ਬਣਾ ਹੈ, ਚਰਚਾ ਦਾ ਵਿਸ਼ਾ ਵੀ ਹੈ ਕਿ ਇਹ ਸਾਰਾ ਪ੍ਰਕੋਪ ਹੈ ਇਹ ਕਿਵੇਂ ਫੈਲ ਰਿਹਾ ਹੈ ਔਰ ਇਹਨੂੰ ਕਾਬੂ ਕਰਨ ਲਈ ਹੁਣ ਨਵੇਂ ਢੰਗ ਤਰੀਕੇ ਕੀ ਅਪਣਾਏ ਜਾਣ। ਇਹ ਇਸ ਵੇਲੇ ਬੜੀ ਇੱਕ ਚੁਣੌਤੀ ਬਣ ਕੇ ਸਾਡੇ ਸਾਹਮਣੇ ਆਇਆ ਹੈਗਾ। ਇਹ ਦੌਰਾਨ ਇੱਕ ਦੱਸ ਦਈਏ ਕਿ ਇੱਕ ਚੰਗੀ ਗੱਲ ਇਹ ਹੈ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਰਿਕਵਰੀ ਰੇਟ, ਜਿਹਨੂੰ ਕਹਿੰਦੀ ਹੈ ਕਿ ਤੰਦਰੁਸਤ ਹੋ ਕੇ ਲੋਕਾਂ ਦੇ ਘਰਾਂ ਨੂੰ ਜਾਣ ਦਾ, ਤੰਦਰੁਸਤ ਹੋ ਕੇ ਆਪਣੇ ਕੰਮ ਧੰਦੇ ਲੱਗਣ ਦਾ, ਉਹ ਰੇਟ ਜਿਵੇਂ ਪੰਜਾਬ 'ਚ ਤਾਂ ਬਹੁਤ ਉੱਚਾ ਹੈਗਾ, ਇੱਥੇ 80% ਤੋਂ ਜ਼ਿਆਦਾ ਹੈਗਾ, ਪਰ ਜੇ ਹਿੰਦੁਸਤਾਨ ਦੇ ਲੈਵਲ 'ਤੇ ਦੇਖੀਏ ਤਾਂ ਉੱਥੇ ਵੀ 47-48% ਦੇ ਕਰੀਬ ਹੈਗਾ, ਜਿਹੜਾ ਦੁਨੀਆ ਦੇ ਵਿੱਚ ਬਹੁਤ ਅੱਛਾ ਮੰਨਿਆ ਜਾਂਦਾ ਹੈਗਾ। ਤੇ ਇਹ ਆਪਣੇ ਲਈ ਇੱਕ ਚੰਗੀ ਖਬਰ ਵੀ ਅਸੀਂ ਕਹਿ ਸਕਦੇ ਹਾਂ, ਚੰਗੀ ਗੱਲ ਹੈ, ਇਹ ਚੰਗਾ ਰੁਝਾਨ ਹੈਗਾ। ਹੁਣ ਇਹਦੇ ਨਾਲ ਦੀ ਨਾਲ ਹੀ ਇੱਕ ਜਿਹੜੀ ਕਿਉਂਕਿ ਵੱਖ-ਵੱਖ ਖੇਡਾਂ 'ਚ ਵੀ ਹੁਣ ਖੁੱਲ੍ਹ ਦੇਣ ਬਾਰੇ ਹਿੰਦੁਸਤਾਨ ਵੱਲੋਂ ਵਿਚਾਰ ਕੀਤੀ ਜਾ ਰਹੀ ਹੈ ਜਾਂ ਉਸ ਪੱਧਰ ਤੇ ਜਾਇਆ ਜਾ ਰਿਹਾ ਹੈ, ਕਿਉਂਕਿ ਸਟੇਡੀਅਮ ਖੋਲ੍ਹ ਦਿੱਤੇ ਗਏ, ਹਾਲਾਂਕਿ ਬਹੁਤੇ ਥਾਵਾਂ ਤੇ ਦਰਸ਼ਕਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੈਗੀ। ਹੁਣ ਇੱਕ ਕ੍ਰਿਕਟ 'ਚ ਕੀ ਹੈਗਾ, ਕ੍ਰਿਕਟ ਤੇ ਹੁੰਦਾ ਹੈ ਕਿ ਜਦੋਂ ਬੋਲਿੰਗ ਕਰਦੇ ਨਾ ਤਾਂ ਉਹਨੂੰ ਥੁੱਕ ਲਾਉਣ ਦਾ ਰਿਵਾਜ ਹੈ ਇੱਥੇ, ਹਾਂਜੀ, ਉਸ ਤੇ ICC ਨੇ ਇਹ ਤੇ ਬੈਨ ਲਾਤਾ ਕਿਉਂਕਿ ਇਹ ਲਾਗ ਦੀ ਬਿਮਾਰੀ ਦਾ ਮੇਜਰ ਜਿਹੜਾ ਇੱਕ ਸੋਮਾ ਹੈ ਨਾ, ਉਹ ਹਲ ਥੁੱਕ ਹੈਗਾ, ਉਹ ਬਾਲ ਤੇ ਲਾਉਣ ਨਾਲ ਉਹਦੀ ਥੁੱਕ ਜਿਹੜਾ ਗਾਂ ਦੀ ਗਾਂ ਐਕਸਪੈਂਡ ਹੁੰਦਾ, ਇਨਫੈਕਟ ਹੁੰਦੇਗਾ। ਇਸਦੇ ਕਰਕੇ ਭਾਵੇਂ ਸ਼ੁਰੂ 'ਚ ਕੁਝ ਲੋਕਾਂ ਨੇ ਇਸ ਨੂੰ ਚੰਗਾ ਨਹੀਂ ਸਮਝਿਆ, ਆਲੋਚਨਾ ਵੀ ਹੋਈ ਸੀ, ਪਰ ICC ਨੇ ਹੁਣ ਅਖੀਰੀ ਤੌਰ ਤੇ ਇਹ ਬੈਨ ਲਾਤਾ ਕਿ ਥੁੱਕ ਲਾ ਕੇ ਉਬਾਲ ਨੂੰ ਸਿੱਟਣਾ ਜਿਹੜਾ ਉਹਦੀ ਮਨਾਹੀ ਹੋਊਗੀ, ਨਹੀਂ ਲਿਆ ਜਾਊਗਾ। ਇਸ ਤਰ੍ਹਾਂ ਦੇ ਹਾਲਾਤ ਇਸ ਵੇਲੇ ਵਿਚਰ ਰਹੇ ਹਿੰਦੁਸਤਾਨ ਦੇ ਵਿੱਚ। ਬਿਲਕੁਲ ਜੀ, ਜੇ ਅਸੀਂ ਅਨਲੌਕ 1 ਦੀ ਗੱਲ ਕਰੀਏ ਤੇ ਅਨਲੌਕ 1 ਦੇ ਅੰਦਰ ਵੀ ਬਹੁਤ ਸਾਰੀਆਂ ਪਾਬੰਦੀਆਂ ਹਟਾਈਆਂ ਵੀ ਗਈਆਂ ਨੇ, ਲੇਕਿਨ ਧਾਰਮਿਕ ਸਥਾਨਾਂ ਦੇ ਵਿੱਚ ਜਿਹੜੀ ਪਾਬੰਦੀ ਲਾਈ ਗਈ ਸੀਗੀ ਪ੍ਰਸ਼ਾਦ ਔਰ ਲੰਗਰ ਦੀ, ਉਸ ਨੂੰ ਸੂਬਾ ਸਰਕਾਰ ਨੇ ਹਟਾ ਦਿੱਤਾ ਹੈ। ਮੇਜਰ ਸਿੰਘ ਜੀ, ਇਸ ਖਬਰ ਨੂੰ ਕਿਵੇਂ ਵੇਖਦੇ ਹੋ? ਦੇਖੋ, ਇਸ ਤਰ੍ਹਾਂ ਹੈ ਕਿ 8 ਜਿਹੜਾ ਹੁਣ ਜੂਨ ਨੂੰ ਜਦੋਂ ਸਾਰੇ ਦੇਸ਼ ਦੇ ਵਿੱਚ ਅਨਲੌਕ 1 ਸ਼ੁਰੂ ਕੀਤਾ ਗਿਆ ਸੀ, ਉਹਦੇ 'ਚ ਕੀ, ਉਹਦੇ 'ਚ ਧਾਰਮਿਕ ਸਥਾਨ, ਹੋਟਲ, ਰੈਸਟੋਰੈਂਟ ਜਾਂ ਹੋਰ ਇਸ ਤਰ੍ਹਾਂ ਦੇ ਸਮਾਂ ਜਿਹੜਾ ਉਹਨਾਂ ਨੂੰ ਅਨਲੌਕ ਕਰਨ ਦਾ ਜਾਂ ਖੋਲ੍ਹਣ ਦਾ ਐਲਾਨ ਹੋਇਆ ਸੀ, ਪਰ ਉਹਦੇ 'ਚ ਵੀ ਸਾਵਧਾਨੀਆਂ ਵਰਤਦੇ ਹੋਏ। ਇਸ 'ਤੇ ਇੱਕ ਕੰਟਰੋਵਰਸੀ ਆਈ ਸੀ ਕਿ ਧਾਰਮਿਕ ਸਥਾਨਾਂ 'ਤੇ ਕਿਉਂਕਿ ਲੋਕੀ ਪੂਜਾ ਕਰਨ ਜਾਂਦੇ ਹੈ, ਆਸਥਾ ਨਾਲ ਜਾਂਦੇ ਹੈ, ਕਈ ਲੋਕ ਉੱਥੇ ਸੁਖਣਾ ਸੁਖਦੇ ਹੈ, ਉਹ ਆਸਥਾ ਵਜੋਂ ਪ੍ਰਸ਼ਾਦ ਵੀ ਚੜਾਉਂਦੇ ਹੈ, ਪ੍ਰਸ਼ਾਦ ਵਰਤਾਇਆ ਵੀ ਜਾਂਦਾ ਹੈ। ਖਾਸ ਤੌਰ 'ਤੇ ਸਿੱਖ ਗੁਰਦੁਆਰਿਆਂ ਵੱਲੋਂ ਜਾਂ ਸਿੱਖ ਸਮਾਜ ਵੱਲੋਂ, ਸਿੱਖ ਧਾਰਮਿਕ ਸੰਸਥਾਵਾਂ ਵੱਲੋਂ ਇਹ ਇਤਰਾਜ਼ ਆਇਆ ਸੀ ਕਿ ਇੱਥੇ ਜਿਹੜਾ ਸਾਡੇ ਗੁਰਦੁਆਰਿਆਂ 'ਚ ਜਾਂ ਸਿੱਖ ਧਾਰਮਿਕ ਸਥਾਨਾਂ 'ਤੇ ਜਿਹੜੀ ਪ੍ਰਸ਼ਾਦ ਦਾ ਲੰਗਰ ਦਾ ਵੰਡਣਾ ਔਰ ਲੰਗਰ ਛਕਾਉਣਾ, ਇਹ ਸਾਡੀ ਮਰਿਆਦਾ ਦਾ ਭਾਗ ਹੈ। ਸਾਡੀ ਸਾਰੀ ਮਰਿਆਦਾ ਉਹਦੇ ਦੁਆਲੇ ਘੁੰਮਦੀ ਹੈਗੀ। ਇਸ ਕਰਕੇ ਇਹ ਨਹੀਂ ਕਿ ਗੁਰਦੁਆਰੇ ਤੁਸੀਂ ਮੱਥਾ ਟੇਕ ਕੇ ਆ ਗਏ, ਲੰਗਰ ਨਾ ਲਓ ਜਾਂ ਪ੍ਰਸ਼ਾਦ ਨਾ ਲਓ। ਇਹ ਕਰਕੇ ਵੀ ਇਸ 'ਤੇ ਪਾਬੰਦੀ ਜਿਹੜੀ ਹੈ ਉਹ ਸਾਡੀ ਧਾਰਮਿਕ ਰਹਿਤ ਮਰਿਆਦਾ ਦੇ ਉਲਟ ਹੈਗੀ। ਇਸ ਗੱਲ 'ਤੇ ਕਾਫੀ ਆਵਾਜ਼ ਉੱਠੀ ਸੀ, ਮੰਗ ਹੋਈ ਸੀ, ਜਿਹਨੂੰ ਪ੍ਰਵਾਨ ਕਰਦਿਆਂ ਪੰਜਾਬ ਦੇ ਸਰਕਾਰ ਨੇ, ਪੰਜਾਬ ਦੇ ਮੁੱਖ ਮੰਤਰੀ ਨੇ ਇਸ 'ਤੇ ਪਾਬੰਦੀ ਨੂੰ ਹਟਾ ਦਿੱਤੀ ਹੈ। ਧਾਰਮਿਕ ਸਥਾਨਾਂ 'ਤੇ ਹੁਣ ਹਰ ਕੋਈ ਆਪਣਾ ਪ੍ਰਸ਼ਾਦ ਵੀ ਵੰਡ ਸਕਦਾ ਔਰ ਉੱਥੇ ਲੰਗਰ ਛਕ ਸਕਦੇ। ਇਹ ਇਸ ਧਾਰਮਿਕ ਆਸਥਾ ਲੋਕਾਂ ਦੀ ਨੂੰ, ਤਾਂ ਕਿ ਕਿਸੇ ਦੀ ਵੀ ਭਾਵਨਾ ਨੂੰ ਸੱਟ ਨਾ ਵਜੇ, ਇਸ ਨੂੰ ਧਿਆਨ 'ਚ ਰੱਖਦੇ ਹੋਏ ਇਹ ਫੈਸਲਾ ਸਰਕਾਰ ਨੇ ਲਿਆ ਗਿਆ ਜੀ। ਬਿਲਕੁਲ, ਵਧਦੇ ਹਾਂ ਅਗਲੀ ਖਬਰ ਦੇ ਵੱਲ। ਸੁਪਰੀਮ ਕੋਰਟ ਨੇ ਪ੍ਰਵਾਸੀ ਮਜ਼ਦੂਰਾਂ ਦੇ ਹੱਕ ਦੇ ਵਿੱਚ ਇੱਕ ਵੱਡਾ ਫੈਸਲਾ ਸੁਣਾਇਆ ਔਰ ਉਸ ਫੈਸਲੇ ਦੇ ਮੁਤਾਬਕ ਪ੍ਰਵਾਸੀ ਮਜ਼ਦੂਰਾਂ ਨੂੰ ਸੂਬਾ ਸਰਕਾਰਾਂ ਨੂੰ 15 ਦਿਨਾਂ ਦੇ ਅੰਦਰ ਉਹਨਾਂ ਦੇ ਘਰ ਵਾਪਸ ਭੇਜਣਾ ਪਏਗਾ, ਪਰ ਨਾਲ ਹੀ ਉਹਨਾਂ ਦੇ ਕੰਮਕਾਰ ਦੀ ਵਿਵਸਥਾ ਵੀ ਕਰਨੀ ਪਏਗੀ। ਇਸ ਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਇਸ ਤਰ੍ਹਾਂ ਹੈਗਾ ਕਿ ਹਿੰਦੁਸਤਾਨ ਦੇ ਵਿੱਚ ਜਿੱਥੇ ਅਸੀਂ ਕਰੋਨਾ ਵਾਇਰਸ ਨੇ ਸਾਡੀ ਆਰਥਿਕਤਾ ਨੂੰ ਵੱਡੀ ਢਾਹ ਲਈ ਹੈ, ਸਾਡੇ ਸਾਰੇ ਸਮਾਜਿਕ ਜਨਜੀਵਨ ਨੂੰ ਜਿਹੜਾ ਇੱਕ ਰੋਲ ਕੇ ਰੱਖ ਦਿੱਤਾ, ਅਪਸੈਟ ਕੀਤਾ ਗਿਆ, ਉੱਥੇ ਕੀ ਹੋਇਆ ਕਿ ਅਸੀਂ ਉਹਦੇ ਆਸਪੈਕਟ ਨੂੰ ਵੇਖ ਨਹੀਂ ਸਕੇ ਕਿ ਕਰੋਨਾ ਨਾਲ ਜਿਹੜੀ ਲਾਕਡਾਊਨ ਹੋਇਆ ਨਾ, ਉਸ ਨਾਲ ਕੀ ਕੀਤਾ, ਉਸਨੇ ਜਦੋਂ ਮਜ਼ਦੂਰਾਂ ਦਾ ਰੁਜ਼ਗਾਰ ਖੁੱਸਿਆ, ਉਹ ਘਰੇ ਹੀ ਬੰਦ ਹੋ ਗਏ, ਤਾਂ ਇਸ ਨੇ ਕੀ ਕੀਤਾ, ਇਹਨੇ ਪ੍ਰਵਾਸੀ ਮਜ਼ਦੂਰਾਂ ਦੀ ਇੱਕ ਬੜੀ ਵੱਡੀ ਸਮੱਸਿਆ ਪੈਦਾ ਕਰਤੀ। ਕਿਉਂਕਿ ਇੱਕ ਤਾਂ ਬਿਮਾਰੀ ਦਾ ਭੈ ਬੜਾ ਵੱਡਾ ਸੀਗਾ, ਹਰ ਇੱਕ ਨੂੰ ਇਹ ਸੀ ਕਿ ਜੇ ਬਿਮਾਰੀ ਹੋਈ ਪਤਾ ਨਹੀਂ ਕੀ ਹੋਊਗਾ। ਦੂਸਰਾ, ਲੋਕਾਂ ਦਾ ਰੁਜ਼ਗਾਰ ਖੁੱਸ ਗਿਆ। ਉਹ ਰੁਜ਼ਗਾਰ ਖੁੱਸਣ ਨਾਲ ਕੀ ਹੋਇਆ,
ਬੜੀ ਵੱਡੀ ਗਿਣਤੀ 'ਚ, ਕਰੋੜਾਂ ਦੀ ਗਿਣਤੀ 'ਚ ਬਿਹਾਰ, ਛੱਤੀਸਗੜ੍ਹ ਔਰ ਉੱਤਰ ਪ੍ਰਦੇਸ਼ ਤੋਂ ਸਾਡੇ ਪ੍ਰਵਾਸੀ ਮਜ਼ਦੂਰ ਜਿਹੜੇ ਉਹ ਵੱਖ-ਵੱਖ ਸੂਬਿਆਂ 'ਚ, ਜਿਵੇਂ ਖਾਸ ਤੌਰ ਤੇ ਪੰਜਾਬ 'ਚ, ਮਹਾਰਾਸ਼ਟਰ 'ਚ ਜਾਂ ਹੋਰ ਥਾਵਾਂ ਤੇ ਉਹ ਕੰਮ ਕਰਨ ਲਈ ਜਾਂਦੇ ਹੈਗੇ ਔਰ ਲੰਬੇ ਸਮੇਂ ਤੋਂ ਇੱਥੇ ਆਉਂਦੇ ਜਾਂਦੇ ਵੀ ਰਹਿੰਦੇ ਤੇ ਬਹੁਤ ਸਾਰੇ ਇੱਥੇ ਟਿਕੇ ਵੀ ਹੋਏ ਸੀ। ਹੁਣ ਉਹਨਾਂ ਦੇ ਜਦੋਂ ਰੁਜ਼ਗਾਰ ਖੁੱਸ ਗਏ, ਉਹਨਾਂ ਕੋਈ ਹੋਰ ਸਾਧਨ ਨਾ ਰਹੇ ਤਾਂ ਬਹੁਤ ਸਾਰੇ ਲੋਕਾਂ ਨੂੰ ਇੱਥੇ ਰਹਿਣ 'ਚ ਸਮੱਸਿਆ ਆਈਆਂ। ਦੂਜੀ ਗੱਲ, ਜਦੋਂ ਵੀ ਕਦੇ ਬੰਦੇ ਦੇ ਮਨ ਤੇ ਭੈ ਆਉਂਦਾ ਨਾ ਤੇ ਫਿਰ ਉਹਦਾ ਯਤਨ ਹੁੰਦਾ ਕਿ ਸਾਰੇ ਅਸੀਂ ਆਪਣਾ ਪਰਿਵਾਰ ਮਿਲ ਕੇ ਬੈਠੀਏ ਜਾਂ ਆਪਣੇ ਲੋਕਾਂ 'ਚ ਅਸੀਂ ਜਾਈਏ। ਉੱਥੇ ਭਾਵੇਂ ਭੁੱਖਾ ਵੀ ਰਹੇ ਬੰਦਾ, ਉਹ ਵਧੇਰੇ ਸੁਰੱਖਿਅਤ ਮਹਿਸੂਸ ਕਰਦਾ ਹੈਗਾ। ਇਸ ਮਾਨਸਤਾ ਦੇ ਅਧੀਨ ਵੱਖ-ਵੱਖ ਸੂਬਿਆਂ ਤੋਂ ਜਿਹੜਾ ਉਹ ਲੋਕਾਂ ਨੇ ਚਾਲੇ ਪਾਉਣੇ ਸ਼ੁਰੂ ਕੀਤੇ ਕਿ ਅਸੀਂ ਆਪਣੇ ਘਰਾਂ ਨੂੰ ਜਾਣਾ ਹੈ। ਉਹਨਾਂ ਦਿਨਾਂ 'ਚ ਲਾਕਡਾਊਨ ਹੋਇਆ ਸੀ, ਨਾ ਬੱਸਾਂ ਚੱਲ ਰਹੀਆਂ ਸੀਗੀਆਂ, ਨਾ ਰੇਲਵੇ ਚੱਲ ਰਹੀ ਸੀ, ਨਾ ਹੀ ਆਵਾਜਾਈ ਦੀ ਕੋਈ ਹੋਰ ਸਾਧਨ ਸੀ। ਹੁਣ ਹੋਇਆ ਕਿ ਉਹ 'ਚ ਇੱਕ ਨਵੀਂ ਤਰਾਸਦੀ ਪੈਦਾ ਹੋ ਗਈ ਕਿ ਲੋਕੀ ਹਜ਼ਾਰਾਂ ਸੈਂਕੜੇ ਕਿਲੋਮੀਟਰ ਉਹ ਪੈਦਲ ਚੱਲ ਕੇ ਜਾਣ ਲਈ ਮਜਬੂਰ ਨਿਕਲ ਪਏ। ਉਹਦੇ ਨਾਲ ਬਿਮਾਰੀ ਦਾ ਖਤਰਾ ਹੀ ਵੱਧ ਗਿਆ, ਜਿਹਦੇ ਕਰਕੇ ਵੱਖ-ਵੱਖ ਸੂਬਿਆਂ 'ਚ ਇਹਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਰੋਕਿਆ ਗਿਆ। ਹੁਣ ਪਿਛਲੇ ਦਿਨਾਂ 'ਚ ਕੇਂਦਰ ਸਰਕਾਰ ਨੇ ਰੇਲ ਗੱਡੀ ਚਲਾਈ, ਬਹੁਤ ਸਾਰੀਆਂ ਬੱਸਾਂ ਵੀ ਚੱਲੀਆਂ, ਲੋਕ ਟਰੱਕਾਂ ਤੇ ਵੀ ਗਏ, ਕਾਫੀ ਵੱਡੀ ਗਿਣਤੀ 'ਚ ਲੋਕੀ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਜਾ ਚੁੱਕੇ ਹੈ। ਪਰ ਅਜੇ ਵੀ ਉਹਨਾਂ ਦੀ ਇਹ ਮੁਸ਼ਕਿਲ ਬਹੁਤ ਵੱਡੀ ਹੈ ਕਿਉਂਕਿ ਕਰੋੜਾਂ ਲੋਕ ਹੈ, ਉਹਨਾਂ ਨੂੰ ਘਰੀਂ ਪਰਤਾਉਣਾ ਇੰਨਾ ਸੌਖਾ ਕੰਮ ਨਹੀਂ। ਔਰ ਪਿਛਲੇ ਦਿਨਾਂ 'ਚ ਇਹ ਵੀ ਆਇਆ ਕਿ ਬਹੁਤ ਸਾਰੀਆਂ ਸੂਬਾ ਸਰਕਾਰਾਂ ਨੇ ਇਹਦੇ ਪ੍ਰਤੀ ਕੋਈ ਬਹੁਤਾ ਧਿਆਨ ਵੀ ਨਹੀਂ ਦਿੱਤਾ ਹੈਗਾ, ਜਿਹਦੇ ਕਰਕੇ ਕੀ ਹੋਇਆ, ਹੁਣ ਜਿਹੜੀ ਇਹ ਸੁਪਰੀਮ ਕੋਰਟ 'ਚ ਗਿਆ ਮਸਲਾ, ਸੁਪਰੀਮ ਕੋਰਟ ਨੇ ਕੱਲ੍ਹ ਹੁਣ ਫੈਸਲਾ ਕੀਤਾ ਹੈ ਕਿ ਸਾਰੇ ਰਾਜ ਸਰਕਾਰਾਂ ਔਰ ਕੇਂਦਰ ਸਰਕਾਰ ਜਿੰਨੀਆਂ ਵੀ ਲੋੜੀਂਦੀਆਂ ਉਹਨਾਂ ਰੇਲ ਗੱਡੀਆਂ ਮੁਹੱਈਆ ਕਰੋ ਔਰ ਅਗਲੇ 15 ਦਿਨ ਦੇ ਵਿੱਚ ਜਿੰਨੇ ਲੋਕ ਜਾਣਾ ਚਾਹੁੰਦੇ ਹੈਗੇ ਆਪਣੇ ਘਰਾਂ ਨੂੰ, ਉਹਨਾਂ ਨੂੰ ਘਰ ਪਰਤਾਇਆ ਜਾਵੇ, ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਵੇ, ਉਹਨਾਂ ਨੂੰ ਹਰ ਸਹੂਲਤ ਦਿੱਤੀ ਜਾਵੇ ਉੱਥੇ ਘਰ ਪਹੁੰਚਣ ਲਈ। ਔਰ ਨਾਲ ਦੀ ਨਾਲ ਉਹਨਾਂ ਨੇ ਸਟੇਟਾਂ ਨੂੰ ਇਹ ਵੀ ਕਿਹਾ ਹੈਗਾ ਵੀ ਕਿਉਂਕਿ ਦੇਖੋ ਕਰੋੜਾਂ ਲੋਕ ਜਾਣੇ ਹੈ ਬਿਹਾਰ 'ਚ ਤੇ ਉੱਤਰ ਪ੍ਰਦੇਸ਼ ਜਾਂ ਛੱਤੀਸਗੜ੍ਹ 'ਚ, ਉੱਥੇ ਪਹਿਲਾਂ ਹੀ ਲਾਕਡਾਊਨ ਕਰਕੇ ਬੇਰੁਜ਼ਗਾਰੀ ਦੀ ਮਾਰ ਹੈਗੀ। ਹੁਣ ਸਮੱਸਿਆ ਇਹ ਵੀ ਆਉਣੀ ਹੈ ਕਿ ਇਹ ਇੰਨੀ ਵੱਡੀ ਗਿਣਤੀ ਜਿਹੜੇ ਲੋਕ ਚਲੇ ਗਏ, ਇਹ ਉੱਥੇ ਰੋਟੀ ਕਿੱਥੋਂ ਖਾਣਗੇ? ਇਹਨਾਂ ਦੇ ਵਸੇਬੇ ਲਈ ਵੀ ਉਹਨੇ ਕਿਹਾ ਕਿ ਉਹਨਾਂ ਦੇ ਖਾਣ ਪੀਣ ਦਾ, ਉਹਨਾਂ ਦੇ ਮੁੜ ਵਸੇਬੇ ਲਈ ਵੀ ਸਰਕਾਰਾਂ ਕੋਈ ਉਚਿਤ ਪ੍ਰਣਾਲੀ ਬਣਾਉਣ, ਜਿੱਥੇ ਸੋਚ ਵਿਚਾਰ ਕਰਨ। ਔਰ ਹੈ ਵੀ ਬੜੀ ਵੱਡੀ ਸਮੱਸਿਆ ਹੈ ਕਿਉਂਕਿ ਇੰਨੀ ਵੱਡੀ ਗਿਣਤੀ 'ਚ ਜਿਹੜੇ ਲੋਕ ਇੱਥੋਂ ਕੰਮ ਛੱਡ ਕੇ ਆਪਣੇ ਸਟੇਟਾਂ 'ਚ ਗਏ ਨੇ, ਆਪਣੇ ਘਰਾਂ ਨੂੰ ਪਰਤ ਗਏ ਹੈ, ਉਹਨਾਂ ਦੇ ਮੁੜ ਵਸੇਬਾ ਇਹ ਵੀ ਆਪਣੇ ਆਪ 'ਚ ਇੱਕ ਬੜੀ, ਜਿਵੇਂ ਪਹਿਲਾਂ ਕਰੋਨਾ ਸੀ, ਫਿਰ ਪ੍ਰਵਾਸੀ ਮਜ਼ਦੂਰਾਂ ਦਾ ਆਪਣੇ ਘਰਾਂ ਨੂੰ ਪਰਤਣਾ ਸੀ, ਹੁਣ ਮੇਰਾ ਤੀਜੀ ਸਮੱਸਿਆ ਇਹ ਹੈਗੀ ਕਿ ਘਰ ਪਰਤ ਕੇ ਉਹਨਾਂ ਨੂੰ ਰੋਟੀ ਦਾ ਪ੍ਰਬੰਧ ਕਰਨਾ, ਉਹਨਾਂ ਨੂੰ ਮੁੜ ਵਸੇਬੇ ਦਾ ਪ੍ਰਬੰਧ ਕਰਨਾ, ਇਹ ਵੀ ਉੱਡਾ ਹੀ ਵੱਡਾ ਸਮੱਸਿਆ ਹੈ ਜਿੰਨੀਆਂ ਵੱਡੀਆਂ ਪਹਿਲਾਂ ਵਾਲੀਆਂ ਸੀ। ਤੇ ਜਿਹਦੇ ਕਰਕੇ ਸਰਕਾਰਾਂ ਨੂੰ ਇਸ ਪ੍ਰਤੀ ਗੰਭੀਰ ਵੀ ਹੋਣਾ ਪੈਣਾ ਔਰ ਇਸ ਤੇ ਜਿਹੜਾ ਹੈਗਾ ਕੋਈ ਨਾ ਕੋਈ ਯਤਨ ਕਰਕੇ ਅਜਿਹੇ ਕਦਮ ਚੁੱਕਣੇ ਪੈਣਗੇ ਜਿਹਦੇ ਨਾਲ ਉੱਥੇ ਜਿਹੜਾ ਇਹ ਨਾ ਹੋਵੇ ਕਿ ਅਸੀਂ ਭੁੱਲ ਜਾਈਏ ਤੇ ਉੱਥੇ ਸਮਾਜਿਕ ਅਸ਼ਾਂਤੀ ਫੈਲ ਜਾਏ, ਲੋਕਾਂ 'ਚ ਰੋਸ ਪੈਦਾ ਹੋ ਜਾਣ। ਉਦੋਂ ਪਹਿਲਾਂ ਇਹ ਸਾਰੇ ਯਤਨ ਕਰਨੇ ਪੈਣਗੇ। ਇਹ ਕੱਲ੍ਹ ਸੁਪਰੀਮ ਕੋਰਟ ਨੇ ਬੜੀ ਸਖਤੀ ਨਾਲ ਹਦਾਇਤ ਕੀਤੀ ਹੈ, ਖਾਸ ਤੌਰ ਤੇ ਰਾਜ ਸਰਕਾਰਾਂ ਨੂੰ ਕਿਹਾ ਕਿ ਇਸ ਬਾਰੇ ਅਵੇਸਲਾ ਨਾ ਹੋਇਆ ਜਾਵੇ ਕਿਉਂਕਿ ਪਿਛਲੇ ਦਿਨਾਂ 'ਚ ਆਉਂਦਾ ਰਿਹਾ ਕਿ ਰਾਜ ਸਰਕਾਰਾਂ ਲਿਖਤੀ ਪੜ੍ਹਤੀ ਤਾਂ ਸਾਰਾ ਕੁਝ ਕਰ ਦਿੰਦੀਆਂ ਪਰ ਅਮਲ 'ਚ ਬਹੁਤ ਘੱਟ ਕੀਤਾ ਗਿਆ ਹੈ। ਉਹਨੇ ਕਿਹਾ ਵੀ ਇਹ ਅਮਲ 'ਚ ਵੀ ਹੋਣਾ ਚਾਹੀਦਾ ਔਰ ਇਹਦੇ 'ਤੇ ਸਖਤੀ ਨਾਲ ਪਹਿਰਾ ਦਿੱਤਾ ਜਾਣਾ ਚਾਹੀਦਾ। ਇਸ ਤਰ੍ਹਾਂ ਦਾ ਜਿਹੜਾ ਸੁਪਰੀਮ ਕੋਰਟ ਨੇ ਸੋਚਿਆ ਕਿ ਪ੍ਰਵਾਸੀ ਮਜ਼ਦੂਰਾਂ ਦੀ ਜਿਹੜੀ ਇਹ ਸਮੱਸਿਆ ਇਹਨੂੰ ਹੱਲ ਕੀਤਾ ਜਾ ਸਕੇ। ਜੀ ਬਿਲਕੁਲ। ਸੋ ਵਧਦੇ ਹਾਂ ਜੀ ਅਗਲੀ ਖਬਰ ਦੇ ਵੱਲ। ਅਗਲੀ ਖਬਰ ਪੰਜਾਬ ਦੇ ਨਾਲ ਜੁੜੀ ਹੋਈ ਹੈ। ਪੰਜਾਬ ਦੇ ਵਿੱਚ 80% ਉਦਯੋਗ ਧੰਦੇ ਜਿਹੜੇ ਨੇ ਉਹ ਸ਼ੁਰੂ ਹੋ ਚੁੱਕੇ ਨੇ, ਪਰ ਹਾਲੇ ਵੀ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਰਪੇਸ਼ ਆ ਰਹੀਆਂ ਨੇ। ਇਹਨਾਂ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬ ਜਿਹੜਾ ਹੈਗਾ ਨਾ, ਇੱਥੇ ਵੱਡੀ ਸਨਅਤ ਸਾਡੇ ਬਹੁਤ ਛੋਟੀ ਹੈ, ਥੋੜ੍ਹੀ ਹੈਗੀ ਮਤਲਬ। ਇੱਥੇ ਜ਼ਿਆਦਾਤਰ ਜਿਹੜੇ ਹੈਗੇ 2.5 ਲੱਖ ਦੇ ਕਰੀਬ ਸਾਰੇ ਟੋਟਲ ਯੂਨਿਟ ਹੈਗੇ ਸਨਅਤਾਂ ਦੇ, ਉਹਦੇ 'ਚ 80% ਤੋਂ ਵਧੇਰੇ ਜਿਹੜੇ ਉਹ ਛੋਟੇ ਤੇ ਦਰਮਿਆਨੀ ਕਿਸਮ ਦੇ ਯੂਨਿਟ ਹੈਗੇ। ਇਸ ਕਰਕੇ ਜਿਹੜੀ ਇਹ ਲਾਕਡਾਊਨ ਦਾ ਜਾਂ ਪਿਛਲੇ ਦਿਨੀ ਜਿਹੜਾ ਸਾਰਾ ਸੰਕਟ ਹੈ ਨਾ, ਉਹਦਾ ਸਭ ਤੋਂ ਵੱਧ ਸ਼ਿਕਾਰ ਵੀ ਦਰਮਿਆਨੇ ਤੇ ਛੋਟੀ ਪੱਧਰ ਦੀ ਇੰਡਸਟਰੀ ਆਈ ਹੈ। ਬਿਲਕੁਲ ਜੀ। ਉਹਦਾ ਵੱਡਾ ਕਾਰਨ ਇਹ ਹੈ ਕਿ ਇੱਕ ਤਾਂ ਮੰਦੀ ਆ ਗਈ, ਆਰਥਿਕ ਮੰਦੀ, ਕੰਮ ਨਹੀਂ ਰਿਹਾ ਲੋਕਾਂ ਕੋਲ, ਇਹਦੇ ਨਾਲ ਬਾਜ਼ਾਰ ਬੰਦ ਹੋ ਗਏ। ਉਸ ਨਾਲ ਕੀ ਹੋਇਆ ਹੈਗਾ ਕਿ ਲੋਕਾਂ ਦੀ ਮੰਗ ਬਹੁਤ ਘਟ ਗਈ ਹੈ। ਜਦੋਂ ਮੰਗ ਘਟਦੀ ਹੈ ਨਾ ਤਾਂ ਉਹਦਾ ਸਿੱਧਾ ਅਸਰ ਪੈਂਦਾ ਕਿਤੇ ਇੰਡਸਟਰੀ ਤੇ। ਹੁਣ ਇੰਡਸਟਰੀ ਅੱਜ ਪੈਦਾ ਵੀ ਕਰ ਲੇ, ਜੇ ਅੱਗੇ ਡਿਮਾਂਡ ਨਹੀਂ ਹੈਗੀ, ਜੇ ਅੱਗੇ ਮੰਗ ਨਹੀਂ ਹੈਗੀ, ਤਾਂ ਇਹਦਾ ਮਤਲਬ ਹੈ ਕਿ ਉਹ ਇੰਡਸਟਰੀ ਨੇ ਅੱਗੇ ਨਹੀਂ ਵੱਧ ਸਕਣਾ ਹੈਗਾ। ਹੁਣ ਇਹ ਸਮੱਸਿਆ ਬੜੀ ਵੱਡੀ ਆ ਰਹੀ ਹੈ ਕਿ ਇਸ ਵੇਲੇ ਮੰਗ ਪੈਦਾ ਕਰਨ ਲਈ ਵੱਧ ਤੋਂ ਵੱਧ ਯਤਨ ਹੋਣਗੇ ਕਿਉਂਕਿ ਅਜੇ ਅਨਲੌਕ ਭਾਵੇਂ ਹੋ ਗਿਆ, ਪਰ ਅਸੀਂ ਫਿਰ ਵੀ ਦੇਖਦੇ ਜਿਵੇਂ ਹੁਣ ਬਾਜ਼ਾਰ ਖੁੱਲ੍ਹ ਗਏ ਨੇ, ਦਫ਼ਤਰ ਖੁੱਲ੍ਹ ਗਏ ਨੇ, ਪਰ ਉੱਥੇ ਕੰਮ ਧੰਦੇ ਕਰਨ ਵਾਲੇ, ਬਾਜ਼ਾਰਾਂ 'ਚ ਖਰੀਦਦਾਰੀ ਕਰਨ ਵਾਲੇ ਲੋਕ ਨਹੀਂ ਬਹੁਤੇ ਆ ਰਹੇ। ਇਹ ਸੱਚਾਈ ਹੈਗੀ ਹੈ। ਔਰ ਅਜੇ ਵੀ ਲੋਕ ਕਹਿ ਰਹੇ
ਕਿ ਉਹਨਾਂ ਦੀ ਆਮਦਨ ਬੜੀ ਮੁਸ਼ਕਿਲ ਨਾਲ 20-25% ਹੈ ਪਹਿਲਾਂ ਦੇ ਮੁਕਾਬਲੇ ਬਿਲਕੁਲ 'ਚ। ਜੀ ਜੀ ਹਾਂਜੀ, ਇਹ ਜਿਹੜੀ ਹਾਲਤ ਹੈ ਨਾ ਕਿ ਡਿਮਾਂਡ ਨਹੀਂ ਉੱਠੀ, ਜੀ ਉਹਦੇ ਨਾਲ ਇੰਡਸਟਰੀ ਦੇ ਚੱਲਣ 'ਚ, ਉਹਦੇ ਖੜੇ ਹੋਣ 'ਚ ਸਮੱਸਿਆ ਆ ਰਹੀ ਹੈਗੀ, ਜੀ ਜਿਹਦੇ ਕਰਕੇ ਹੁਣ ਜ਼ੋਰ ਇਸ ਗੱਲ ਤੇ ਹੈ। ਸਰਕਾਰ ਨੇ ਵੀ ਜਿਹੜਾ ਪੈਕੇਜ ਦਿੱਤੇ ਪਿੱਛੇ ਜੀ ਕਈ ਤਰ੍ਹਾਂ ਦੇ ਸਸਤੇ ਲੋਨ ਦੇਣ ਦੀ ਗੱਲ ਕੀਤੀ ਹੈ, ਉਹ ਵੀ ਇਹੀ ਸੀ ਕਿ ਇਸ ਇੰਡਸਟਰੀ ਨੂੰ ਜੀ ਦਰਮਿਆਨੀ ਔਰ ਛੋਟੇ ਪੱਧਰ ਦੀ ਉਹਦੀ ਮੰਗ ਨੂੰ ਪੈਦਾ ਕੀਤਾ ਜਾ ਸਕੇ, ਔਰ ਉਹਨੂੰ ਆਪ ਖੁਦ ਕੱਚਾ ਮਾਲ ਲੈਣ ਵਾਸਤੇ, ਤਿਆਰ ਮਾਲ ਅੱਗੇ ਭੇਜਣ ਵਾਸਤੇ, ਔਰ ਮਜ਼ਦੂਰਾਂ ਨੂੰ ਉੱਥੇ ਠੀਕ ਤਰ੍ਹਾਂ ਪ੍ਰਬੰਧ ਕਰਨ ਵਾਸਤੇ ਉਹਦੀ ਮਦਦ ਕੀਤੀ ਜਾ ਸਕੇ। ਜੀ ਹੁਣ ਇਹ ਸਾਰੇ ਮਾਮਲੇ 'ਚ ਪੰਜਾਬ 'ਚ ਭਾਵੇਂ ਹੋਏਗਾ, ਪਰ ਅਜੇ ਵੀ ਸਿਰਫ 80% ਜਿਹੜਾ ਉਹ ਜਾਂ 75% ਕਹਿ ਦਈਏ ਇੰਡਸਟਰੀ ਚਾਲੂ ਹੋਈ ਹੈ, ਜੀ 25-30% ਅਜੇ ਚਾਲੂ ਹੋਣੀ ਰਹਿੰਦੀ ਹੈਗੀ। ਜੀ ਉਹਦਾ ਵੱਡਾ ਕਾਰਨ ਇਹ ਹੈ ਕਿ ਅਜੇ ਭਰੋਸਾ ਜਿਹੜਾ ਨਾ ਮਾਰਕੀਟ ਵੱਲੋਂ ਨਹੀਂ ਹੋ ਰਿਹਾ, ਕਿਉਂਕਿ ਸਾਰਾ ਅਨਲਾਕ ਨਹੀਂ ਪੂਰੀ ਤਰ੍ਹਾਂ ਹੋਇਆ ਜੀ ਅਜੇ, ਜਾਂ ਕਹਿ ਦਈਏ ਕਿ ਉੱਥੇ ਖਰੀਦਦਾਰੀ ਬਹੁਤ ਘਟੀ ਹੈ, ਜਿਹਦੇ ਕਰਕੇ ਮਾਲ ਦੀ ਜਿਹੜੀ ਮੰਗ ਨਹੀਂ ਉੱਠ ਰਹੀ, ਜਿਹਦੇ ਨਾਲ ਇਹ ਹੈ ਵੀ ਅਜੇ ਇੰਡਸਟਰੀ ਨੂੰ ਲੱਗਦਾ ਕਿ ਆਪਣੇ ਪੈਰਾਂ ਸਿਰ ਆਉਣ ਲਈ ਹੋਰ ਸਮਾਂ ਚਾਹੀਦਾ। ਉਹਦੇ ਲਈ ਸਰਕਾਰ ਦੀ ਮਦਦ ਚਾਹੀਦੀ ਹੈ, ਉਹਦੇ ਤੌਰ 'ਤੇ ਨਾਲ ਦੀ ਨਾਲ ਸਨਅਤਕਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਜਿਹੜੇ ਮਜ਼ਦੂਰ ਹੈ, ਆਪਣੇ ਕੰਮ ਹੈ, ਉਹਨਾਂ ਦੀ ਰਿਹਾਇਸ਼ ਦਾ, ਉਹਨਾਂ ਦੇ ਖਾਣ ਪੀਣ ਦਾ ਸਾਰਾ ਪ੍ਰਬੰਧ ਕਰ ਸਕਣ, ਕਿਉਂਕਿ ਇਸ ਵੇਲੇ ਇਹ ਵੀ ਪ੍ਰੋਬਲਮ ਹੈ ਪੰਜਾਬ ਨੂੰ ਖਾਸ ਤੌਰ 'ਤੇ। ਜਿਹੜੇ ਸਾਡੀ ਸਨਅਤੀ ਜਿਹੜਾ ਮਜ਼ਦੂਰ ਹੈ ਉਹ ਬਹੁਤ ਸਾਰਾ ਯੂਪੀ ਜਾਂ ਬਿਹਾਰ ਨੂੰ ਚਲੇ ਗਿਆ, ਉੱਥੋਂ ਉਹਨਾਂ ਦੇ ਵਾਪਸ ਆਉਣ ਦਾ, ਔਰ ਜਿਹੜੇ ਇੱਥੇ ਹੈਗੇ ਨਾ ਉਹਨਾਂ ਦੇ ਹੁਣ ਜਾਣ ਦਾ ਜਿਹੜਾ ਉਸ ਰੁਝਾਨ ਨੂੰ ਰੋਕਿਆ ਜਾਵੇ, ਤਾਂ ਜਿਹੜਾ ਹੈਗਾ ਸਾਡੀ ਇੰਡਸਟਰੀ ਅੱਗੇ ਵਧ ਸਕੂਗੀ। ਬਿਲਕੁਲ ਜੀ, ਔਰ ਇਹੀ ਸਮੱਸਿਆ ਆ ਰਹੀ ਹੈ ਝੋਨੇ ਦੀ ਲਵਾਈ ਦੇ ਵਿੱਚ ਵੀ। ਕੱਲ੍ਹ ਤੋਂ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ, ਲੇਕਿਨ ਫਿਰ ਵੀ ਕੁਝ ਪ੍ਰਵਾਸੀ ਮਜ਼ਦੂਰ ਵਾਪਸ ਵੀ ਆ ਰਹੇ ਨੇ, ਪਰ ਹਾਲੇ ਵੀ ਮਜ਼ਦੂਰਾਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਕਿਵੇਂ ਵੇਖਦੇ ਹੋ ਇਸ ਸਾਰੇ ਵਰਤਾਰੇ ਨੂੰ ਤੁਸੀਂ? ਦੇਖੋ, ਇਸ ਤਰ੍ਹਾਂ ਹੈਗਾ ਕਿ ਇਸ ਵਾਰ ਸਰਕਾਰ ਨੇ ਅੱਗੇ ਪਿਛਲੇ ਸਾਲ 29 ਲੱਖ ਏਕੜ ਹੈਕਟੇਅਰ 'ਚ ਜਿਹੜੀ ਝੋਨੇ ਦੀ ਫਸਲ ਬੀਜੀ ਸੀ। ਐਤਕੀ ਸਰਕਾਰ ਨੇ ਸੋਚਿਆ ਕਿ 2.5 ਲੱਖ ਏਕੜ ਜਿਹੜਾ ਦੂਜਾ ਹੈਕਟੇਅਰ ਉਹ ਘਟਾਈ ਜਾਵੇ। ਇਹਦਾ ਮਤਲਬ ਹੈ ਕਿ ਐਤਕੀ 27 ਲੱਖ ਹੈਕਟੇਅਰ 'ਚ ਝੋਨਾ ਬੀਜਿਆ ਜਾਣਾ ਹੈ। ਇਹਦੇ 'ਚੋਂ 7 ਲੱਖ ਹੈਕਟੇਅਰ ਜਿਹੜਾ ਉਹ ਬਾਸਮਤੀ ਬੀਜੀ ਜਾਣੀ ਹੈ, ਅਜੇ ਜਿਹੜੀ ਅਗਲੇ ਮਹੀਨੇ 'ਚ ਹੋਣੀ ਹੈਗੀ। ਹੁਣ ਇਸ ਵੇਲੇ ਲਗਭਗ 20 ਲੱਖ ਹੈਕਟੇਅਰ 'ਚ ਝੋਨਾ ਬੀਜਿਆ ਜਾਣਾ ਹੈਗਾ। ਪਰ ਇਸ ਬਾਰੇ ਕੀ ਹੋਏਗਾ ਕਿ ਲੋਕਾਂ ਨੂੰ ਪਤਾ ਸੀ ਕਿ ਐਤਕੀ ਮਜ਼ਦੂਰਾਂ ਦੀ ਘਾਟ ਆਉਣੀ ਹੈ, ਜਿਨ੍ਹਾਂ ਨੇ ਕੀ ਕੀਤਾ, ਐਤਕੀ ਬਹੁਤ ਵੱਡੀ ਪੱਧਰ ਤੇ ਲੋਕਾਂ ਨੇ ਮਸ਼ੀਨੀਕਰਨ ਦਾ ਕੰਮ ਸ਼ੁਰੂ ਕੀਤਾ ਹੈਗਾ। ਬਹੁਤ ਵੱਡੀ ਪੱਧਰ ਤੇ ਮਸ਼ੀਨਾਂ ਆ ਗਈਆਂ, ਜਾਂ ਜਿਹੜੀਆਂ ਖਾਸ ਤੌਰ ਤੇ ਜਿਵੇਂ ਕਣਕ ਬੀਜਣ ਵਾਲੀਆਂ ਮਸ਼ੀਨਾਂ ਸੀ, ਉਹਨਾਂ 'ਚ ਥੋੜ੍ਹੀ ਚੇਂਜ ਕਰਕੇ ਉਹਨੂੰ ਇਸ ਬਿਜਾਈ ਲਈ ਵਰਤਿਆ ਜਾ ਰਿਹਾ ਹੈ। ਤੇ ਐਤਕੀ ਲਗਭਗ 50% ਜਿਹੜਾ ਰਕਬਾ ਹੈ ਉਹ ਐਤਕੀ ਸਿੱਧੀ ਬਿਜਾਈ ਹੇਠ ਹੈ। ਮਤਲਬ ਝੋਨੇ ਦੀ ਬਿਜਾਈ ਦੋ ਤਰ੍ਹਾਂ ਕੀਤੀ ਜਾਂਦੀ ਹੈ, ਇੱਕ ਕੱਦੂ ਕਰਕੇ ਪਨੀਰੀ ਲਾਈ ਜਾਂਦੀ ਹੈ, ਤੇ ਇੱਕ ਹੁੰਦਾ ਹੈ ਕਿ ਸਿੱਧੀ, ਜਿਵੇਂ ਇਸ ਤਰ੍ਹਾਂ ਕਣਕ ਬੀਜੀ ਜਾਂਦੀ ਹੈ, ਉਹ ਬੀਜ ਤੋਂ ਬਾਅਦ 'ਚ ਪਾਣੀ ਲਾਓ। ਹੁਣ ਐਤਕੀ ਸਿੱਧੀ ਬਿਜਾਈ ਹੋਈ। ਸਿੱਧੀ ਬਿਜਾਈ 'ਚ ਇੱਕ ਬੜੀ ਵੱਡੀ ਸਮੱਸਿਆ ਆ ਗਈ ਐਤਕੀ ਕਿ ਪਿਛਲੇ ਦਿਨੀ ਪੰਜਾਬ 'ਚ ਲਗਾਤਾਰ ਬਾਰਿਸ਼ ਹੁੰਦੀ ਰਹੀ। ਹਾਲਾਂਕਿ ਜਿਹੜੇ ਤਾਂ ਪਹਿਲੇ ਅੱਜ ਤੋਂ 10 ਦਿਨ ਪਹਿਲਾਂ ਜਾਂ 15 ਦਿਨ ਪਹਿਲਾਂ ਬੀਜੀ ਝੋਨੇ ਦੀ ਸਿੱਧੀ ਬਿਜਾਈ ਸੀ, ਉਹ ਤਾਂ ਹੁਣ ਕਾਮਯਾਬ ਹੈ, ਇਸ ਵੇਲੇ ਉਹ ਹਰੀ ਵੀ ਹੋ ਚੁੱਕੀ ਹੈ, ਪੁੱਗਰ ਚੁੱਕੀ ਹੈ। ਪਰ ਜਿਹੜੀ ਉਸ ਤੋਂ ਬਾਅਦ ਬੀਜੀ, ਉਹਦੇ 'ਤੇ ਲਗਾਤਾਰ ਮੀਂਹ ਪੈਣ ਨਾਲ ਨਾ ਉਹ ਪੇਪੜੀ ਜੰਮ ਗਈ ਮਿੱਟੀ 'ਤੇ, ਉਹ ਕਰੰਡ ਹੋ ਗਈ, ਤੇ ਉਹ ਝੋਨਾ ਜਿਹੜਾ ਉਹ ਉੱਗ ਨਹੀਂ ਸਕਿਆ। ਉੱਥੇ ਲੋਕਾਂ ਨੂੰ ਹੁਣ ਵਾਹੁਣਾ ਪੈ ਰਿਹਾ ਹੈਗਾ, ਔਰ ਉੱਥੇ ਕੱਦੂ ਰਾਹੀਂ ਪਨੀਰੀ ਲਗਾਉਣੀ ਪੈਣੀ ਹੈ। ਔਰ ਕੱਲ੍ਹ ਤੋਂ ਜਿਹੜਾ ਉਹ ਚਾਲੂ ਹੋ ਗਿਆ। ਇਸ ਵਾਰ ਇਹ ਤਾਂ ਠੀਕ ਹੈ ਗੱਲ ਕਿ ਲੋਕਾਂ ਨੂੰ ਮੁਸ਼ਕਿਲ ਆਊਗੀ, ਕਿਉਂਕਿ ਬਿਹਾਰੀ ਯੂਪੀ ਦੀ ਜਿਹੜੀ ਪਹਿਲਾਂ ਦੀ ਇੱਕ ਤਜਰਬੇਕਾਰ ਲੇਬਰ ਹੈ ਉਹ ਇਸ ਵਾਰ ਨਹੀਂ ਮਿਲ ਰਹੀ। ਪਰ ਕਿਉਂਕਿ ਅੱਧੇ ਦੇ ਕਰੀਬ ਜਿਹੜਾ ਉਹ ਆਲਰੇਡੀ ਸਿੱਧੀ ਬਿਜਾਈ ਹੇਠ ਅਗਰ ਹੋਇਆ, ਤੇ ਦੂਸਰੇ ਅੱਧ ਲਈ ਇਹ ਹੈ ਕਿ ਐਤਕੀ ਮਜ਼ਦੂਰ ਕਿਸਾਨ ਇਸ ਸੰਕਟ ਦੇ ਵਿੱਚ, ਕਿਉਂਕਿ ਹਮੇਸ਼ਾ ਹੀ ਹੁੰਦਾ ਜਦੋਂ ਸੰਕਟ ਆਉਂਦਾ ਨਾ, ਉਦੋਂ ਲੋਕੀ ਫਿਰ ਕੋਈ ਨਾ ਕੋਈ ਆਪਣਾ ਰਸਤਾ ਲੱਭ ਲੈਂਦੇ। ਉਹਨਾਂ ਨੇ ਆਪ ਵੀ ਸ਼ੁਰੂ ਕੀਤਾ ਹੈਗਾ, ਤੇ ਕਾਫੀ ਮਜ਼ਦੂਰ ਵੀ ਆਉਣੇ ਸ਼ੁਰੂ ਹੋਏ, ਜਿਹਦੇ ਕਰਕੇ ਲੱਗਦਾ ਕਿ ਐਤਕੀ ਕੋਈ ਬਹੁਤੀ ਵੱਡੀ ਸਮੱਸਿਆ ਨਹੀਂ ਆਉਣੀ, ਭਾਵੇਂ ਲੇਬਰ ਦੀ ਘਾਟ ਜ਼ਰੂਰ ਹੈਗੀ ਹੈ। ਜੀ ਬਿਲਕੁਲ ਜੀ, ਖਬਰਾਂ ਹੋਰ ਵੀ ਬਹੁਤ ਸਾਰੀਆਂ ਨੇ, ਲੇਕਿਨ ਹੁਣ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ। ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਇੰਨੀ ਬਹੁਮੁੱਲੀ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ ਜੀ, ਤੁਹਾਡਾ ਵੀ ਧੰਨਵਾਦ।